ਕੀ ਸਾਡੇ ਜਿਹੜੇ ਕਿਸਾਨ ਤੇ ਉਹਨਾਂ ਨੇ ਕਿਸਾਨ ਮੋਰਚੇ 'ਚ 1 ਸਾਲ ਕੋਠੀਆਂ 'ਚ ਰਹੇ, ਟਰਾਲੀ ਦੀ ਤਰਪਾਲਾਂ ਪਾਈ ਬੈਠੇ ਤੇ, ਚੁੱਲ੍ਹਿਆਂ 'ਤੇ ਰੋਟੀਆਂ ਪੱਕ ਰਹੀਆਂ ਤੀਆਂ, ਸਾਦੀ ਜ਼ਿੰਦਗੀ ਜਿਉ ਰਹੇ ਤੇ, ਅੱਗਾਂ ਵੀ ਲੱਗੀਆਂ, ਸਭ ਕੁਛ ਹੋਇਆ। ਕਿ ਉਹ ਜਿਉਂ ਨਹੀਂ? ਅਸੀਂ ਆਪਦਾ ਲਾਈਫ ਸਟਾਈਲ ਛੱਡਣ ਨੂੰ ਤਿਆਰ ਨਹੀਂ, ਅਸੀਂ ਗੁਲਾਮੀ ਵਾਲਾ ਲਾਈਫ ਸਟਾਈਲ ਛੱਡਣ ਨੂੰ ਤਿਆਰ ਨਹੀਂ ਹਾਂ। ਹੁਣ ਬਹੁਤ ਸਾਰੇ ਲੋਕ ਕਹਿਣਗੇ ਵੀ ਤੂੰ ਬੈਠਾ ਇੱਥੇ ਗੱਲਾਂ ਮਾਰੀ ਜਾਂਦੇ ਅਤੇ ਆਪ ਦਫ਼ਤਰ 'ਚ ਬੈਠੇ। ਮੈਂ ਕਹਿੰਦਾ ਮੈਂ ਅੱਜ ਵੀ ਤੁਹਾਡੇ ਨਾਲ ਰਲਣ ਨੂੰ ਤਿਆਰ ਹਾਂ। ਚਲੋ ਜਿਹੜੀ ਮੂਵਮੈਂਟ 'ਚ ਕਹੋ, ਮੈਂ ਤਾਂ ਵਿਹਲਾ, ਬਿਲਕੁਲ ਫਰੀ ਹਾਂ। ਤੁਹਾਡੀ ਗੱਲ 'ਚੋਂ ਇੱਕ ਬੜੀ ਵਧੀਆ ਗੱਲ ਨਿਕਲ ਰਹੀ ਹੈ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਪੁਰਾਣੇ ਯੁੱਗਾਂ 'ਚ, ਪੁਰਾਣੇ ਵੇਲਿਆਂ 'ਚ ਲੋਕ ਜਿਸ ਤਰ੍ਹਾਂ ਦਾ ਜੀਵਨ ਜਿਉਂਦੇ ਸਨ, ਉਹੀ ਜੀਵਨ ਜੀਵਿਆ ਗਿਆ ਉੱਥੇ ਉਹਨੇ ਸਮੇਂ ਵਾਸਤੇ। ਉੱਥੇ ਰੁਪਈਆ ਚੱਲਿਆ ਨਹੀਂ, ਇੱਥੇ ਸਾਰੇ ਆਉਂਦੇ ਤੇ ਜਿਹੜੇ ਨੁਮਾਇੰਦੇ ਤੇ ਕਿਸਾਨੀ ਦੇ, ਭਾਈ ਕਿਸੇ ਨੂੰ ਦੁੱਧ, ਲੱਸੀ, ਘਿਓ, ਮੇਰੇ ਖਿਆਲ ਹਰਿਆਣਵੀਆਂ ਨੇ ਕਸਰ ਨਹੀਂ ਛੱਡੀ, ਲੋਕਾਂ ਨੇ ਪਿੰਨੀਆਂ ਦੀ ਕਸਰ ਨਹੀਂ ਛੱਡੀ, ਅਨਾਜ ਦੀ ਕਸਰ ਨਹੀਂ ਛੱਡੀ। ਯਾਰ ਉੱਥੇ ਰੁਪਈਆ ਥੋੜ੍ਹੀ ਚੱਲਿਆ। ਕੀ ਫਿਰ ਅਸੀਂ ਇਹ ਸਿਸਟਮ ਨੂੰ ਅਪਣਾ ਨਹੀਂ ਸਕਦੇ? ਜ਼ਿੰਦਗੀ ਦੀ ਗੱਡੀ ਚੱਲਦੀ ਰੱਖਣ ਵਾਸਤੇ ਉੱਥੇ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਇਆ, ਬਸ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਇਆ, ਉੱਥੇ ਪੈਸੇ ਦਾ ਆਦਾਨ ਪ੍ਰਦਾਨ ਨਹੀਂ ਜ਼ਿਆਦਾ ਹੋਇਆ, ਬਹੁਤ ਥੋੜ੍ਹਾ ਹੋਇਆ। ਇਹਦੀ ਨਿੱਲ ਨਹੀਂ ਅਸੀਂ ਕਰਦੇ ਵੀ ਹੋਇਆ ਹੀ ਨਹੀਂ, ਜਿਹੜਾ ਹੋਇਆ ਬਹੁਤ ਘੱਟ ਹੋਇਆ, ਓਨਾ ਨਹੀਂ ਹੋਇਆ ਜਿੰਨਾ ਉੱਥੇ ਹੋ ਜਾਣਾ ਚਾਹੀਦਾ ਸੀ ਉਹਨਾਂ ਦੇ ਤਰੀਕੇ ਨਾਲ। ਅਕਸਰ ਹੀ ਲੋਕ ਜਦੋਂ ਲੋਕਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਬਹੁਤੀ ਵਾਰੀ ਗੱਲ ਸਰਕਾਰ ਦੇ ਉੱਪਰ ਛੱਡ ਦਿੰਦੇ ਨੇ। ਕਰ ਰਹੀ ਸਰਕਾਰ ਨੌਕਰੀਆਂ ਨਹੀਂ ਦੇ ਰਹੀ, ਵਪਾਰੀ ਪਰੇਸ਼ਾਨ ਨੇ, ਬਾਜ਼ਾਰ ਪਰੇਸ਼ਾਨ ਹੈ, ਸਰਕਾਰ ਜਿਹੜੀ ਹੈ ਸੜਕਾਂ ਨਹੀਂ ਠੀਕ ਕਰ ਰਹੀ, ਸਰਕਾਰ ਟੈਕਸ ਬਹੁਤ ਜ਼ਿਆਦਾ ਲਾ ਰਹੀ ਹੈ, ਕੋਈ ਕਹਿ ਰਿਹਾ ਸਾਨੂੰ ਨੌਕਰੀ ਨਹੀਂ ਮਿਲ ਰਹੀ। ਪਰ ਇਹ ਧੂਰੀ ਦੇ ਜੈ ਸਿੰਘ ਜਿਹੜੇ ਹਮੇਸ਼ਾ ਉਲਟੇ ਰਸਤੇ 'ਤੇ ਚੱਲਦੇ ਨੇ, ਕਹਿ ਲਈਏ ਤਾਂ ਇਹਨਾਂ ਦੀ ਇੱਕ ਵੱਖਰੀ ਰਾਗੀ ਹੁੰਦੀ ਹੈ। ਅਤੇ ਅੱਜ ਵੀ ਆਪਾਂ ਇਹਨਾਂ ਨਾਲ ਇਸੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਜਿਵੇਂ ਪਿਛਲੇ ਸਾਲਾਂ ਦੇ ਦੌਰਾਨ ਦਿੱਲੀ ਦੇ ਵਿੱਚ ਲਗਾਤਾਰ ਸਾਲ ਤੋਂ ਵੀ ਵਧੇਰੇ ਸਮਾਂ, ਲੰਮਾ ਸਮਾਂ ਕਿਸਾਨ ਅੰਦੋਲਨ ਚੱਲਿਆ ਅਤੇ ਅੱਜ ਫਿਰ ਦੁਬਾਰੇ ਰੌਲਾ ਪੈ ਰਿਹਾ MSP ਦਾ, ਘੱਟੋ ਘੱਟ ਸਮਰਥਨ ਮੁੱਲ ਦਾ। ਇਸੇ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ। ਜੈ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਸਵਾਲ ਤੁਸੀਂ ਸੁਣ ਹੀ ਲਿਆ, ਹਮੇਸ਼ਾ ਜੋ ਗੱਲ ਜਨਤਾ ਕਹਿੰਦੀ ਹੈ ਤੁਸੀਂ ਉਸ ਤੋਂ ਉਲਟ ਪਾਸੇ ਚੱਲਦੇ ਹੋ। ਕੀ ਕਹਿਣਾ ਚਾਹੋਗੇ ਜਿਹੜੀਆਂ ਸਮੱਸਿਆਵਾਂ ਨੇ, ਫਿਰ ਇਹ ਹੱਲ ਕੀ ਹੈ ਇਹਨਾਂ ਦਾ? ਗੱਲ ਇਸ ਤਰ੍ਹਾਂ ਜੀ, ਜਿਹੜਾ ਉਲਟੇ ਪਾਸੇ ਚੱਲਣਾ, ਕਿਉਂਕਿ ਕਦੇ ਵੀ ਹਰ ਕੰਮ ਲਈ ਇੱਕ ਰਸਤਾ ਤਾਂ ਹੁੰਦਾ ਹੀ ਨਹੀਂ। ਕੁਛ ਰਸਤੇ ਨਿਵੇਕਲੇ ਵੀ ਹੁੰਦੇ ਨੇ ਜਿਹੜੇ ਦੇਖਣ ਨੂੰ ਅਸੰਭਵ ਵੀ ਲੱਗਦੇ ਨੇ, ਅਤੇ ਅਸੀਂ ਇਹ ਦੇਖਦੇ ਹਾਂ ਵੀ ਭੀੜ ਜ਼ਿਆਦਾ ਕਿੱਧਰ ਜਾਂਦੀ ਹੈ ਅਤੇ ਅਸੀਂ ਭੀੜ ਵਾਲੇ ਰਸਤੇ ਅਖਤਿਆਰ ਕਰ ਲੈਂਦੇ ਹਾਂ। ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿੱਧਰ ਭੀੜ ਜ਼ਿਆਦਾ ਜਾਵੇ ਉੱਧਰ ਹੀ ਸਾਰਾ ਕੁਛ ਸਹੀ ਹੋਵੇ। ਕਈ ਵਾਰੀ ਦੂਸਰੇ ਪਾਸੇ ਉਸ ਤੋਂ ਵੀ ਬਿਹਤਰ ਜਿਹੜਾ ਤਰੀਕਾ ਹੁੰਦਾ ਹੈ। ਇਹ ਜਿਹੜਾ ਕਿਸਾਨ ਅੰਦੋਲਨ ਵਾਲਾ ਮਸਲਾ ਸੀ, ਅਸੀਂ ਵੀ ਬਕਾਇਦਾ ਵੱਧ ਚੜ੍ਹ ਕੇ ਸਪੋਰਟ ਕੀਤੀ, ਵਿੱਚ ਸ਼ਮੂਲੀਅਤ ਵੀ ਕੀਤੀ, ਸਭ ਕੁਛ ਕੀਤਾ, ਪਰ ਇਹਦਾ ਜਿਹੜਾ ਅੰਜਾਮ ਸੀ ਉਹ ਪਹਿਲਾਂ ਤੋਂ ਦਿਖ ਰਿਹਾ ਸੀ। ਜਦੋਂ ਇਹ ਗੱਲਾਂ ਹੋਈਆਂ ਵੀ ਇੱਕ ਕਮੇਟੀ ਬਣਾਉਂਦੇ ਹਾਂ, ਹੋਰ ਕਰਦੇ ਹਾਂ, ਇਹ ਤਾਂ ਉਹਦੀ ਪਤਾ ਲੱਗ ਜਾਂਦਾ ਵੀ ਕਮੇਟੀ ਕਿਹੜੀ। ਇੱਥੇ ਤਾਂ ਅੱਜ ਤਾਂ ਇੱਕੋ ਹੀ ਤਰੀਕਾ, ਜਾਂ ਤਾਂ 2.5 ਟੱਕਾਂ ਵਾਲੀ ਗੱਲ ਹੈ, ਜਾਂ ਤਾਂ ਹੁਣੇ ਨਿਬੜ ਜੇ ਜਾਂ ਕਦੇ ਵੀ ਨਹੀਂ। ਇਹ ਨਾ ਨਿਬੜਨ ਵਾਲਾ ਕੰਮ ਹੀ ਸੀ। ਚਲੋ ਹੁਣ ਸਰਕਾਰ ਨੰਗੀ ਚਿੱਟੀ ਸਾਹਮਣੇ ਆ ਹੀ ਗਈ ਵੀ ਉਹਨਾਂ ਨੇ ਆਪਦਾ ਸ਼ੋਅ ਪੱਤੇ ਖੋਲ੍ਹਤੇ, ਪੰਜਾਬ ਦੀ ਕਮੇਟੀ ਤੋਂ ਬਾਹਰ ਕਰਤਾ। ਹੋਰ ਇਹਨਾਂ ਨੇ ਕੁਛ ਨਹੀਂ ਕਰਨਾ। ਦੇਖੋ, ਬੜਾ ਸਪਸ਼ਟ ਕਹਿੰਦੇ ਆ, ਬੇਸ਼ੱਕ ਕੁਛ ਦੋਸਤਾਂ ਨੂੰ ਬੁਰਾ ਲੱਗੇ, ਕੰਟਰੀ ਅੰਦਰ ਖਾਤੇ ਵੀਰੋ ਵਿਕ ਚੁੱਕੇ ਆ। ਹੁਣ ਇਹ ਸਾਨੂੰ ਸੱਚਾਈ ਮੰਨ ਲੈਣੀ ਚਾਹੀਦੀ ਹੈ। ਹੁਣ ਉਹਦੇ ਮੁਤਾਬਕ ਸਾਨੂੰ ਕੰਮ ਕਰਨਾ ਪਊ। ਸਾਡੀ ਪੁਲਿਸ ਉਹ ਸਾਡੇ ਡੰਡੇ ਮਾਰ ਰਹੀ ਹੈ, ਸਾਡੇ ਮੁੰਡੇ ਨੇ ਕਿਹੜਾ ਕਿਸੇ ਦੇ ਨੇ। ਸਾਡੇ ਘਰਾਂ 'ਚੋਂ ਹੀ ਪੈਦਾ ਹੋ ਕੇ ਲੋਕ ਜੱਜ ਬਣੇ, ਉਹ ਸਾਨੂੰ ਇਨਸਾਫ ਨਹੀਂ ਦੇਣ ਨੂੰ ਤਿਆਰ। ਇਹ ਬਹੁਤ, ਜਾਣੀ ਕਿ ਆਪਾਂ ਸਾਰੇ ਪਾਸਿਆਂ 'ਚ ਚੱਲੀਏ ਤਾਂ ਇੱਕੋ ਹੀ ਚੀਜ਼ ਦਿਖ ਰਹੀ ਹੈ ਵੀ ਅਸਲ ਦੇ ਵਿੱਚ ਸਾਰੇ ਪੈਰਾਲਾਈਜ਼ ਹੋ ਜਾਓਗੇ, ਸਾਰੇ ਅਪਾਹਜ ਹੋ ਚੁੱਕੇ ਨੇ। ਇਹਦਾ ਮਤਲਬ ਉੱਪਰੋਂ ਕੁੰਡੀ ਕੁਛ ਹੋ ਰਹੇ ਲੱਗੀ ਹੈ, ਇਹ ਸਪਸ਼ਟ ਹੋ ਚੁੱਕੀ ਹੈ। ਜਿਹੜੀ ਗੱਲ ਤੁਸੀਂ ਪੁੱਛੀ ਹੈ ਵੀ ਇਹਦਾ ਇਲਾਜ, ਕਿਉਂਕਿ ਸਵਾਲ ਉਠਾਉਣਾ ਤਾਂ ਕੋਈ ਬੜਾ ਔਖਾ ਨਹੀਂ ਹੁੰਦਾ, ਔਖਾ ਜਵਾਬ ਦੇਣਾ। ਉਹ ਇੱਕੋ ਹੀ ਲਫ਼ਜ਼ ਹੁੰਦਾ ਜਿਹੜਾ, ਹਾਲਾਂਕਿ ਮੈਂ ਇੱਕ ਸਪਸ਼ਟ ਕਰਦਾ ਵੀ ਮੈਂ ਕਦੇ ਵੀ, ਜੋ ਸਾਡਾ ਮਹਾਤਮਾ ਗਾਂਧੀ ਸੀ, ਮੈਂ ਉਹਦੇ ਵਿਚਾਰਾਂ ਤੋਂ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਰਿਹਾ, ਨਾ ਹੀ ਮੇਰਾ ਕੋਈ ਵਿਸ਼ਵਾਸ ਹੈ। ਪਰ ਉਹਦੇ ਆਪਣਾ ਆਈਡੀਆ ਸੀ, ਜਾਂ ਉਹਨੇ ਕਿਤੋਂ ਆਈਡੀਆ ਹੋਰ ਚੱਕਿਆ ਸੀ। ਇੱਕ ਉਸ ਟਾਈਮ ਆਈਡੀਆ ਸੀ ਸਿਵਲ ਨਾਫਰਮਾਨੀ। ਉਹ ਜਿਹੜੀ ਲਹਿਰ ਸੀ ਉਹ ਇੰਨੀ ਜ਼ਬਰਦਸਤ ਸੀ, ਜਿਹੜੀ ਅੱਜ ਵੀ ਓਨੀ ਕਾਰਗਰ ਹੈ ਜਿਹੜੀ ਉਸ ਟਾਈਮ ਸੀ। ਅਸੀਂ ਤਾਂ ਇਹ ਕਹਿੰਦੇ ਵੀ ਸਰਕਾਰ ਆ ਕਰੇ, ਸਰਕਾਰ ਉਹ ਕਰੇ। ਸਿਵਲ ਨਾਫਰਮਾਨੀ 'ਚ ਕੀ ਸੀ ਵੀ ਅਸੀਂ ਸਰਕਾਰ ਦੀ ਕੋਈ ਚੀਜ਼ ਵਰਤਣੀ ਹੀ ਨਹੀਂ। ਅਸੀਂ ਜੋ ਘਰੇਲੂ ਲੈਣ ਦੇਣਾ
ਉਹ ਆਪਦੀਆਂ ਫਸਲਾਂ ਦੁਆਰਾ ਆਪਦੀਆਂ ਚੀਜ਼ਾਂ ਦੁਆਰਾ ਆਪਸੀ ਐਕਸਚੇਂਜ ਕਰਦੇ ਰਹੇ ਨੇ। ਸਾਡਾ ਗੌਰਮੈਂਟ ਨਾਲ ਕੋਈ ਤਾਲੁਕਾਤ ਨਹੀਂ। ਅਤੇ ਸਰਕਾਰਾਂ ਦੇ ਮਸਲੇ 'ਤੇ ਵੀ ਹੈ। ਹੁਣ ਮਾੜਾ ਜਿਹਾ ਕੋਈ ਲੀਡਰ ਆ ਜੇ ਦੁੱਕੀ ਤਿੱਕੀ ਦਾ, ਅਤੇ ਸਾਡੇ ਵਰਗੇ ਸਾਰੇ ਪੁੱਛਾ ਜਾ ਕੇ ਮਗਰ ਭੱਜ ਲੈਂਦੇ ਨੇ। ਅਸਲ 'ਚ ਇਹ ਹੈ ਵੀ ਅਸੀਂ ਕੌਲੀ ਚੱਟ ਲੋਕ ਹਾਂ, ਜਿਹੜਾ ਮਰਜ਼ੀ ਆ ਜਾਓ, ਉਹਦੀ ਜੁੱਤੀਆਂ ਚੱਟਣ ਤੱਕ ਜਾਂਦੇ ਹਾਂ। ਉਹਨਾਂ ਲੋਕਾਂ ਨੂੰ ਵੀ ਪਤਾ ਵੀ ਜਿਹੜੇ ਇੰਨੇ ਡਿੱਗੇ ਹੋਏ ਨੇ ਕਰ ਵੀ ਕੀ ਲੈਣਗੇ, ਫਿਰ ਉਹ ਆਪਦੀਆਂ ਮਰਜ਼ੀਆਂ 'ਤੇ ਉਤਰੇ ਆਉਂਦੇ ਨੇ। ਇਹ ਕਦੇ ਵੀ ਬ੍ਰੇਕ ਲਾ ਕੇ ਨਹੀਂ ਖੜੇ ਵੀ ਨਹੀਂ ਇਹ ਸਾਡਾ ਦਾਇਰਾ ਨਹੀਂ ਹੈ। ਜਿਵੇਂ ਇੱਕ ਉਹ ਕਹਾਵਤ ਹੁੰਦੀ ਹੈ ਨਾ ਵੀ ਆਪਣਾ ਜਿਹੜਾ ਸ਼ੇਰ ਹੈ ਕਹਿੰਦੇ ਭੁੱਖਾ ਮਰ ਜਾਂਦਾ ਫਿਰ ਉਹ ਘਾਹ ਨਹੀਂ ਖਾਂਦਾ। ਉਸ ਹਾਲਤ 'ਤੇ ਆਉਣਾ ਪਊ। ਜਿੱਦਾਂ ਸਾਡੇ ਇਹ ਲੋਕ ਹੋ ਗਏ ਵੀ ਜਿੰਨੇ ਜਿਹੜਾ ਕੋਈ ਲੀਡਰ ਆਉਂਦਾ ਉਹਨੂੰ ਕੋਈ ਸੁਣਨ ਵਾਲਾ ਨਾ ਹੋਵੇ, ਉਹਨੂੰ ਕੋਈ ਵੋਟ ਪਾਉਣ ਵਾਲਾ ਨਾ ਹੋਵੇ, ਅਸੀਂ ਉਹਨਾਂ ਨੂੰ ਹੀ ਨਕਾਰ ਦਈਏ ਵੀ ਅਸੀਂ ਇਹਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਤਾਂ ਸਾਡੀ ਜਿਹੜੀ ਆਵਾਜ਼ ਹੈ ਦੂਰ ਤੱਕ ਜਾਊਗੀ। ਕਿਸਾਨੀ ਮੋਰਚਾ ਇੱਕ ਗੱਲ ਨੂੰ ਲੈ ਕੇ ਜਿੱਤਿਆ, ਉਹਦੇ ਵਿੱਚ ਵੱਖ-ਵੱਖ ਨਸਲਾਂ, ਵੱਖ-ਵੱਖ ਖਿੱਤੇ ਦੇ ਲੋਕ, ਵੱਖ-ਵੱਖ ਧਰਮਾਂ ਦੇ ਲੋਕ ਸਾਰੇ ਸ਼ਾਮਿਲ ਹੋਏ। ਸਭ ਦਾ ਇੱਕੋ ਹੀ ਮਕਸਦ ਸੀ ਵਾਪਸ ਕਰਾਉਣਾ ਹੈ, ਬਿਨਾਂ ਕਿਸੇ ਹਿੰਸਾ ਉਹਦਾ ਵਾਪਸ ਕਰਾਉਣ 'ਚ ਕਾਮਯਾਬ ਹੋ ਗਏ। ਅਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਸਿਸਟਮ ਹੈ ਸਿਵਲ ਨਾਫਰਮਾਨੀ ਦਾ, ਇਹ ਵੀ ਇੱਕ ਫਾਰਮੂਲਾ ਹੀ ਹੈ। ਜਦੋਂ ਸਾਡੇ ਕਿਸਾਨ ਲੋਕ, ਹੋਰ ਲੋਕ, ਅਸੀਂ ਸਰਕਾਰਾਂ ਨੂੰ ਧੱਕਣ ਲੱਗੇ ਨਾ, ਹੁਣ ਅਸੀਂ ਮਗਰ ਭੱਜਦੇ ਹਾਂ ਤਾਂ ਮੂਹਰੇ ਭੱਜਦੇ ਨੇ। ਜਿੱਦਾਂ ਅਸੀਂ ਮਗਰ ਭੱਜਣਾ ਬੰਦ ਕਰਤਾ ਸਾਡੇ ਮਗਰ ਤੁਰੇ ਆਉਣਗੇ। ਇਹੀ ਇੱਕ ਹੀਲੇ ਨੇ ਸਾਹਿਬ ਸਿੰਘ, ਹੋਰ ਕੋਈ ਹੀਲਾ ਨਹੀਂ ਹੈ। ਅਸੀਂ ਜਿੰਨਾ ਇਹਨਾਂ ਦੇ ਮੂਹਰੇ ਜ਼ਿਆਦਾ ਝੁਕੀ ਜਾਂਦੇ ਹਾਂ, ਲੇਲੜੀਆਂ ਕੱਢੀ ਜਾਂਦੇ ਹਾਂ, ਉਹ ਨੌਕਰੀ ਦੇ ਦਿਓ ਜੀ, ਅਸੀਂ ਭੁੱਖੇ ਮਰ ਗਏ ਜੀ, ਅਸੀਂ ਰੱਜ ਗਏ ਜੀ, ਉਨੀ ਦੇਰ ਇਹ ਸਾਨੂੰ। ਤੁਹਾਡੇ ਸ਼ਬਦਾਂ 'ਚ ਇਹ ਵੀ ਕਰੰਸੀ ਘੁਮਾ ਰਹੀ ਹੈ। ਬਿਲਕੁਲ ਕਰੰਸੀ ਘੁਮਾ ਰਹੀ ਹੈ। ਜਦੋਂ ਉਹਨਾਂ ਨੂੰ ਪਹਿਲੀ ਗੱਲ ਤਾਂ ਲੋਕ ਹੀ ਘੁਮਾ ਰਹੇ ਨੇ, ਤੁਹਾਨੂੰ ਦੱਸਿਆ ਵੀ ਲੀਡਰਾਂ ਦਾ ਪਿੱਛਾ ਨਹੀਂ ਛੱਡਦੇ। ਹਰ ਬੰਦਾ ਨਿੱਜੀ ਤੌਰ 'ਤੇ ਸੋਚ ਰਿਹਾ ਹੈ, ਕਮਿਊਨਿਟੀ ਲੈਵਲ 'ਤੇ ਨਹੀਂ ਸੋਚਦਾ। ਉਹ ਇਹ ਨਹੀਂ ਸੋਚਦਾ ਵੀ ਜੇ ਮੈਂ ਇਹ ਕੰਮ ਕਰ ਰਿਹਾ ਤਾਂ ਬਾਕੀ ਪਿੱਛੇ ਮਰ ਜਾਣਗੇ। ਉਹ ਅਗਲਾ ਇੱਕ ਪੇਂਡੂ ਕਹਾਵਤ ਹੈ ਵੀ ਆਪਦੇ ਹਿੱਸੇ ਦੇ 2 ਥਣ ਚੋਈਏ, ਦੂਜੇ ਬਾਰੇ ਜਿਹੇ ਲੱਤ ਮਾਰੇ। ਅਸੀਂ ਉਹਦੇ ਪਿੱਛੇ ਚੱਲਦੇ ਹਾਂ। ਕਰੰਸੀ ਘੁੰਮ ਰਹੀ ਹੈ। ਖੇਤੀ ਲਾ ਲਿਆਉਣ ਦਾ ਵੱਡਾ ਰੀਜ਼ਨ ਇਹੀ ਸੀਗਾ, ਵੱਡਾ ਕਾਰਨ ਇਹੀ ਸੀਗਾ ਵੀ ਜਿੰਨੀ ਪੈਦਾਵਾਰ ਹੈ। ਦੇਖੋ ਅੱਜ ਦੁੱਧ, ਮੈਂ ਕਹਿੰਦਾ ਵੀ ਮੈਂ ਖੇਤੀ ਵੀ ਕਰਦਾ, ਮੇਰੀ 8 ਏਕੜ ਦੀ ਖੇਤੀ ਹੈ। ਅਸੀਂ ਆਪਦੇ ਘਰੇ 10 ਕੁਇੰਟਲ 15 ਕੁਇੰਟਲ ਦਾਣੇ ਰੱਖ ਲੈਂਦੇ ਹਾਂ, ਉਹਦਾ ਸਰਕਾਰ ਨੂੰ ਕੁਛ ਨਹੀਂ ਮਿਲਿਆ। ਘਰੇ ਮੱਝ ਰੱਖੀ, ਦੁੱਧ ਪੀ ਲਿਆ, ਉਹਦਾ ਕੁਛ ਨਹੀਂ ਮਿਲਿਆ। ਅਸੀਂ ਕੱਦੂ ਤੋਰੀਆਂ ਉਹਦੇ ਬੀਜ ਕੇ ਖਾ ਕੇ, ਉਹਦਾ ਸਰਕਾਰ ਨੂੰ ਕੱਖ ਨਹੀਂ ਮਿਲਿਆ। ਤਾਂ ਤੁਸੀਂ ਹਿਸਾਬ ਲਓ ਵੀ ਕਿੰਨਾ ਟੈਕਸ ਜਿਹੜਾ ਗੌਰਮੈਂਟ ਕਲੈਕਟ ਕਰ ਸਕਦੀ ਸੀ। ਉਹ ਇਹੀ ਫਾਰਮੂਲਾ ਸੀ ਵੀ ਜਿਵੇਂ ਕਿਵੇਂ ਇਹਨਾਂ ਤੋਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਣ, ਕੰਮ ਇਹੀ ਕਰਨ, ਉੱਤੇ ਮੈਨੇਜਰ ਰੱਖਣ। ਇਹਨਾਂ ਨੂੰ 10,000 ਆਮਦਨੀ ਅਸੀਂ 20 ਦੇ ਦਈਏ, ਪਰ ਜਦੋਂ ਕੋਈ ਕੰਮ ਕਰਕੇ ਕਿਸੇ ਖੇਤ 'ਚ ਲੱਗੀ ਬੇਲ ਤੋੜ ਤੋਂ ਕੋਈ ਤੋਰੀ ਤੋੜੂਗਾ ਜਾਂ ਕੱਦੂ ਤੋੜੂਗਾ, ਮੈਨੇਜਰ ਨੂੰ ਨਿਕਲਣਾ ਵੀ ਇੱਥੇ ਰੱਖ ਦੇ, ਇਹ ਤੇਰਾ ਨਹੀਂ ਹੈ, ਇਹਦੇ ਉੱਤੇ GST ਲੱਗੂ, ਇਹਦੇ 'ਤੇ ਫਲਾਣਾ ਟੈਕਸ ਲੱਗੂ, ਇਹਦਾ ਬਿੱਲ ਕੱਟੂ, ਫਿਰ ਲੈ ਕੇ ਜਾਈ। ਫਿਰ ਪਤਾ ਲੱਗੂ ਵੀ ਜਿਹੜੀ 20,000 ਆਮਦਨ ਕੀਤੀ ਸੀ 30,000 ਖਰਚਾ ਹੋ ਗਿਆ। ਕਿਉਂਕਿ ਇਹ ਸਾਰੇ ਸਿਸਟਮ ਨੂੰ ਬਿਲਿੰਗ ਦੇ ਵਿੱਚ ਨਹੀਂ ਲਿਆਉਣਾ ਚਾਹੁੰਦੇ ਹਾਂ। ਜਿੰਨਾ ਅਸੀਂ ਕਰੰਸੀ ਦਾ ਫਲਾਅ ਕਰ ਰਹੇ ਹਾਂ, ਕਰੰਸੀ ਨੂੰ ਘੁਮਾ ਰਹੇ ਹਾਂ, ਇਹਨਾਂ ਨੂੰ ਵੀ ਪਤਾ ਵੀ ਇਹ ਹੁਣ ਆਦੀ ਹੋ ਗਿਆ, ਹੁਣ ਇਹਨਾਂ ਦਾ ਗੁਜ਼ਾਰਾ ਨਹੀਂ ਹੈ। ਸਾਨੂੰ ਇਹ ਚੀਜ਼ਾਂ ਕੰਟਰੋਲ ਕਰਨੀਆਂ ਪੈਣਗੀਆਂ। ਕਹਿਣ ਤੋਂ ਭਾਵ ਜੇਕਰ ਕੋਈ ਲੀਡਰ ਆਉਂਦਾ ਹੈ, ਜਨਤਾ ਉਹਨੂੰ ਸੁਣ ਨਹੀਂ ਜਾਂਦੀ, ਉਹ ਵੋਟ ਨਹੀਂ ਪਾ ਰਹੀ, ਉਹਨੂੰ ਜ਼ਰੂਰਤ ਹੈ ਕੋਈ ਘਰ ਦੀ, ਕੋਈ ਘਰੇਲੂ ਵਸਤ ਹੈ। ਅੱਜ ਮੰਨ ਲੈਂਦੇ ਹਾਂ ਅਸੀਂ ਮਰਾਹੜ ਪਾਵਰ ਕੰਟਰੋਲ ਲਿਮਟਿਡ ਦੇ ਇੱਥੇ ਆ ਗਏ ਤਾਂ ਅਸੀਂ ਆ ਗਏ। ਅੱਜ ਸਾਨੂੰ ਇਸ ਟੈਲੀਫੋਨ ਦੀ ਜ਼ਰੂਰਤ ਹੈ, ਜੋ ਤੁਸੀਂ ਕਹਿਣਾ ਚਾਹ ਰਹੇ ਹੋ ਟੈਲੀਫੋਨ ਦੀ ਜ਼ਰੂਰਤ ਹੈ, ਤਾਂ ਤੁਸੀਂ ਇਹ ਸਾਨੂੰ ਦੇ ਰਹੇ ਹੋ। ਅਸੀਂ ਬਦਲੇ ਦੇ ਵਿੱਚ ਤੁਹਾਨੂੰ ਮੰਨ ਲਓ ਇਹ ਚੀਜ਼ ਹੈ ਸਾਡੇ ਕੋਲ ਕੋਈ, ਅਸੀਂ ਤੁਹਾਨੂੰ ਇਹ ਦੇਤੀ, ਤੁਹਾਨੂੰ ਇਹਦੀ ਲੋੜ ਹੈ। ਤਾਂ ਤੌਰ 'ਤੇ ਕਹਿਣਾ ਚਾਹੁੰਦਾ, ਤੁਸੀਂ ਅੱਜ ਮੇਰੇ ਕੋਲ ਆਏ ਹੋ, ਤੁਹਾਨੂੰ ਮੰਨ ਲਓ ਵੀ ਤੁਹਾਨੂੰ ਕੋਈ ਮੈਂ ਪੈਸਾ ਪੇ ਕਰਨਾ, ਮੈਂ ਤੁਹਾਨੂੰ 500 ਰੁਪਈਆ ਦੇਣਾ, ਅਤੇ ਮੈਂ ਤੁਹਾਨੂੰ ਇੱਕ ਗੱਲ ਕਹਿਦਾ ਵੀ ਸਾਹਿਬ ਸਿੰਘ ਤੁਸੀਂ ਯਾਰ 25 ਕਿਲੋ ਜਾਂ 50 ਕਿਲੋ ਜਿੰਨੀ ਬਣੀ ਮੇਰੇ ਕਣਕੇ ਲੈ ਜਾ ਯਾਰ, ਤੇ ਤਾਂ ਕਣਕੇ ਖਾਣੀ ਹੈ, ਰੁਪਈਏ ਤਾਂ ਨਹੀਂ ਜੱਬਣੇ। ਕਿਤੋਂ ਕੁਛ ਯਾਨੀ 90% ਇੰਟਰਨਲ ਐਕਸਚੇਂਜ। ਹਾਂ, ਕੁਛ ਜ਼ਰੂਰਤਾਂ ਜਿਹੀਆਂ ਹੈਗੀਆਂ ਨੇ ਹੁਣ ਜਿਹੜੀਆਂ ਦਾ ਪੈਸੇ ਬਿਨਾਂ ਨਹੀਂ ਸਰਦਾ, ਫਿਰ ਵਪਾਰ ਉਹਨਾਂ ਕੀ ਚੱਲੂਗਾ ਨਾ, ਆਪਦੀਆਂ ਜ਼ਰੂਰਤਾਂ ਨੂੰ ਰੱਖ ਕੇ। ਇੱਕ ਸਮਾਂ ਹੁੰਦਾ ਸੀ, ਲੋਕ ਇੱਕ ਕਹਾਵਤ ਹੁੰਦੀ ਸੀ ਵੀ ਜੱਟ ਦੇ ਘਰ 2 ਚੀਜ਼ਾਂ ਨਹੀਂ ਹੁੰਦੀਆਂ, ਇੱਕ ਸੂਈ ਅਤੇ ਇੱਕ ਨਮਕ, ਕਿਉਂਕਿ ਨਮਕ ਪੈਦਾ ਨਹੀਂ ਕੀਤਾ ਜਾ ਸਕਦਾ। ਸੂਈ ਦਾ ਮਤਲਬ ਸੀ ਲੋਹੇ ਦੇ ਔਜ਼ਾਰਾਂ ਤੋਂ, ਲੋਹੇ ਦੇ ਔਜ਼ਾਰ ਹੁੰਦੇ ਕਿੰਨੇ ਕਿਤੇ, ਅਤੇ ਬਾਕੀ ਸਭ ਕੁਛ ਘਰਾਂ 'ਚ ਪੈਦਾ ਹੁੰਦਾ ਸੀ। ਅੱਜ ਅਸੀਂ ਵੀ ਇਹ ਕੰਮ 'ਤੇ ਆ ਗਏ। ਹੁਣ ਮੈਂ ਵੀ ਸੋਚਦਾ ਵੀ ਇੱਥੇ ਕਾਹਦੇ ਪਿੱਛੇ ਮੂਲੀਆਂ ਬੀਜੀਆਂ ਨੇ, ਉੱਥੇ 2 ਰੁਪਈਏ ਦੇ ਲਿਆਵਾਂਗੇ, ਕਰੰਸੀ ਚੱਲ ਪਈ, ਕਰੰਸੀ ਨੇ ਕਿਹੜਾ ਖਾਣਾ ਸ਼ੁਰੂ ਕਰਤਾ।
ਅਗਲਾ ਕਹਿੰਦਾ ਵੀ ਮੈਨੂੰ ਮੱਕੀ ਦਾ ਆਟਾ ਚਾਹੀਦਾ ਵੀ ਤੂੰ ਇੱਥੇ ਪੈਸੇ ਦੇ ਦੁਕਾਨ ਤੋਂ ਲੈ ਲੈ, ਆਹ ਚੀਜ਼ ਉੱਥੋਂ ਲੈ ਲੈ, ਜਦ ਕਿ ਸਾਰਾ ਕੁਛ ਇੱਥੇ ਹੀ ਸੀਗਾ। ਇਹਨੂੰ ਪਹਿਲਾਂ ਸੈਂਟਰਲਾਈਜ਼ ਤੋੜਿਆ ਗਿਆ, ਇਹ ਹੁਣ ਤੋੜ ਕੇ ਹੁਣ ਉਹਨੂੰ ਜਦ ਹੜੱਪ ਰਹੇ ਨੇ, ਉਹ ਖਾਧਾ ਜਾ ਰਿਹਾ। ਹੁਣ ਅੱਧ ਪਚੱਧੀਆਂ ਸਾਡੀਆਂ ਲੱਤਾਂ ਉਹ ਅਜਗਰ ਦੇ ਮੂੰਹ 'ਚ ਫਸ ਗਈਆਂ। ਹੁਣ ਲੋਕ ਬਾਹਰ ਚੀਕਾਂ ਮਾਰ ਜਾਂਦੇ ਵੀ ਮਰ ਗਏ, ਉਹ ਇਹ ਮਰ ਗਏ। ਮਰੇ ਐਵੇਂ ਥੋੜ੍ਹੀਆਂ ਨੇ, ਆਪੇ ਮਰੇ ਆ। ਬੇਸ਼ੱਕ ਕਿਸਾਨੀ ਦੀ ਗੱਲ ਕੀਤੀ ਜਾਵੇ ਜਾਂ ਵਪਾਰੀ ਵਰਗ ਦੀ ਜਾਂ ਫਿਰ ਕੋਈ ਹੋਰ ਧਿਰ ਹੋਵੇ ਸਮਾਜ ਦੀ, ਉਹਨਾਂ ਵੱਲੋਂ ਜਿਹੜੇ ਧਰਨੇ ਦੇਣੇ ਨੇ, ਧਰਨੇ ਦਿੱਤੇ ਜਾਂਦੇ ਨੇ ਆਪਣੇ ਹੱਕਾਂ ਲਈ, ਤੁਸੀਂ ਕੀ ਸੋਚਦੇ ਹੋ? ਧਰਨੇ ਦੇਣੇ ਸਹੀ ਹੈ ਜਾਂ ਨਹੀਂ ਦੇਣੇ ਚਾਹੀਦੇ? ਦੇਖੋ, ਧਰਨਾ ਦੇਣਾ ਜਮਹੂਰੀ ਹੱਕ ਹੈ, ਮੁਜ਼ਾਹਰਾ ਕਰਨਾ। ਇਹ ਇੱਕ ਗੱਲ ਜ਼ਰੂਰ ਦਿਖਾਉਂਦੇ ਨੇ ਵੀ ਹਾਂ ਅਸੀਂ ਜਿਉਂਦੇ ਹਾਂ, ਪਰ ਇਹ ਸਾਡਾ ਸਿਸਟਮ ਐਡਾ ਢੀਠ ਹੋ ਚੁੱਕਿਆ, ਇਹਨਾਂ 'ਤੇ ਹੁਣ ਕੋਈ ਫਰਕ ਵੀ ਨਹੀਂ ਹੈ। ਹਾਂ, ਇਹ ਇੱਕ ਕੰਮ ਜ਼ਰੂਰ ਕਰਦੇ ਨੇ, ਦੇਖਦੇ ਨੇ ਵੀ 100 ਬੰਦਾ ਧਰਨਾ ਰੱਖੀ ਬੈਠਾ ਹੈ, ਉਹਨਾਂ 'ਚੋਂ 2-4 ਨੂੰ ਬੁਰਕੀ ਪਾ ਦਿੰਦੇ ਨੇ ਤੋੜ ਕੇ, ਉਦੋਂ ਬਾਅਦ ਉਹ ਖਿੰਡ ਪੁਣ ਜਾਂਦਾ। ਕਿਹੜੀ ਮੂਵਮੈਂਟ ਅਜੇ ਤੱਕ ਕਾਮਯਾਬ ਹੋਈ ਹੈ 100% ਕੋਈ ਵੀ ਨਹੀਂ ਹੈ। ਜੈ ਸਿੰਘ ਦੇ ਸ਼ਬਦਾਂ ਦੇ ਵਿੱਚ ਫਿਰ ਹੱਲ ਕੀ ਹੈ? ਜੇ ਕਿਸਾਨ ਯੂਨੀਅਨ ਦੀ ਅੱਜ ਫਿਰ MSP ਦਾ ਮੁੱਦਾ ਉਹ ਭਖ ਗਿਆ, ਫਿਰ ਹੱਲ ਕੀ ਹੈ ਤੁਹਾਡੇ ਸ਼ਬਦਾਂ 'ਚ? ਕੀ ਕਰਨਾ ਚਾਹੀਦਾ? ਨਹੀਂ ਮਿਲੇਗਾ, ਨਹੀਂ ਮਿਲਣਾ। ਜਿੰਨੀ ਦੇਰ ਅਸੀਂ MSPਆਂ ਤਾਂ ਅਸੀਂ ਭਾਲਦੇ ਹਾਂ, ਅਸੀਂ ਹਰ ਚੀਜ਼ ਜਿਹੜੀ ਸਾਡੇ ਘਰ ਦੇ ਵਿੱਚ 5 ਰੁਪਏ 'ਚ ਉੱਗਦੀ ਹੈ, ਉਹ ਅਸੀਂ 50 ਰੁਪਏ 'ਚ ਖਰੀਦਣ ਨੂੰ ਤਿਆਰ ਹਾਂ। ਇੱਥੇ ਸਾਡਾ ਸੱਤਿਆਨਾਸ਼ ਹੋ ਰਿਹਾ। ਸਾਨੂੰ ਕਿਸਾਨੀ ਤਾਂ ਘੱਟੋ ਘੱਟ ਪਹਿਲੀ ਪਾਤਸ਼ਾਹੀ ਨੇ ਵੀ ਇਹਨੂੰ ਸਭ ਤੋਂ ਉੱਤਮ ਖੇਤੀ ਦਾ ਜਿਹੜਾ ਦਰਜਾ ਦਿੱਤਾ ਸੀ, ਉਹ ਐਵੇਂ ਨਹੀਂ ਸੀ ਦਿੱਤਾ ਗਿਆ। ਸੰਕੋਚਵੇਂ ਢੰਗ ਨਾਲ। ਇਹ ਨਹੀਂ ਹੈ ਵੀ ਅਸੀਂ 4x4 ਟਰੈਕਟਰ ਵੀ ਚਲਾਉਣੇ ਨੇ ਅਤੇ ਕਿਸਾਨੀ ਵੀ ਕਰਨੀ ਹੈ। ਸਾਨੂੰ ਸੰਕੋਚਵੇਂ ਢੰਗ ਨਾਲ ਜਿਉਣਾ ਪਊ। ਕੀ ਸਾਡੇ ਜਿਹੜੇ ਕਿਸਾਨ ਤੇ ਉਹਨਾਂ ਨੇ ਕਿਸਾਨ ਮੋਰਚੇ 'ਚ 1 ਸਾਲ ਉਹ ਕੋਠੀਆਂ 'ਚ ਰਹੇ, ਟਰਾਲੀਆਂ ਦੀ ਤਰਪਾਲਾਂ ਪਾਈ ਬੈਠੇ ਤੇ, ਚੁੱਲ੍ਹਿਆਂ 'ਤੇ ਰੋਟੀਆਂ ਪੱਕ ਰਹੀਆਂ ਤੀਆਂ, ਸਾਦੀ ਜ਼ਿੰਦਗੀ ਜਿਉ ਰਹੇ ਤੇ, ਅੱਗਾਂ ਵੀ ਲੱਗੀਆਂ, ਸਭ ਕੁਛ ਹੋਇਆ। ਕਿਉਂ ਜਿਉਂ ਨਹੀਂ? ਅਸੀਂ ਆਪਦਾ ਲਾਈਫ ਸਟਾਈਲ ਛੱਡਣ ਨੂੰ ਤਿਆਰ ਨਹੀਂ। ਅਸੀਂ ਗੁਲਾਮੀ ਵਾਲਾ ਲਾਈਫ ਸਟਾਈਲ ਛੱਡਣ ਨੂੰ ਤਿਆਰ ਨਹੀਂ ਹਾਂ। ਹੁਣ ਬਹੁਤ ਸਾਰੇ ਲੋਕ ਕਹਿਣਗੇ ਵੀ ਤੂੰ ਬੈਠਾ ਇੱਥੇ ਗੱਲਾਂ ਮਾਰੀ ਜਾਂਦੇ ਅਤੇ ਆਪ ਦਫ਼ਤਰ 'ਚ ਬੈਠੇ ਹੈ। ਮੈਂ ਕਹਿੰਦਾ ਮੈਂ ਅੱਜ ਵੀ ਤੁਹਾਡੇ ਨਾਲ ਰਲਣ ਨੂੰ ਤਿਆਰ ਹਾਂ। ਚਲੋ ਜਿਹੜੀ ਮੂਵਮੈਂਟ 'ਚ ਕਹੋ, ਮੈਂ ਤਾਂ ਵਿਹਲਾ, ਬਿਲਕੁਲ ਫਰੀ ਹਾਂ। ਤੁਹਾਡੀ ਗੱਲ 'ਚੋਂ ਇੱਕ ਬੜੀ ਵਧੀਆ ਗੱਲ ਨਿਕਲ ਰਹੀ ਹੈ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਪੁਰਾਣੇ ਯੁੱਗਾਂ 'ਚ, ਪੁਰਾਣੇ ਵੇਲਿਆਂ 'ਚ ਲੋਕ ਜਿਸ ਤਰ੍ਹਾਂ ਦਾ ਜੀਵਨ ਜਿਉਂਦੇ ਸਨ, ਉਹੀ ਜੀਵਨ ਜੀਵਿਆ ਗਿਆ ਉੱਥੇ ਉਹਨਾਂ ਟਾਈਮ, ਉਹਨੇ ਸਮੇਂ ਵਾਸਤੇ। ਉੱਥੇ ਰੁਪਈਆ ਚੱਲਿਆ ਨਹੀਂ? ਇੱਥੇ ਸਾਰੀ ਆਉਂਦੇ ਤੇ ਜਿਹੜੇ ਨੁਮਾਇੰਦੇ ਤੇ ਕਿਸਾਨੀ ਦੇ, ਭਾਈ ਕਿਸੇ ਨੂੰ ਦੁੱਧ, ਲੱਸੀ, ਘਿਓ, ਮੇਰਾ ਖਿਆਲ ਹਰਿਆਣਵੀਆਂ ਨੇ ਕਸਰ ਨਹੀਂ ਛੱਡੀ, ਲੋਕਾਂ ਨੇ ਪਿੰਨੀਆਂ ਦੀ ਕਸਰ ਨਹੀਂ ਛੱਡੀ, ਅਨਾਜ ਦੀ ਕਸਰ ਨਹੀਂ ਛੱਡੀ। ਯਾਰ ਉੱਥੇ ਰੁਪਈਆ ਥੋੜ੍ਹੀ ਚੱਲਿਆ। ਕੀ ਫਿਰ ਅਸੀਂ ਇਹ ਸਿਸਟਮ ਨੂੰ ਅਪਣਾ ਨਹੀਂ ਸਕਦੇ? ਮਤਲਬ ਜ਼ਿੰਦਗੀ ਦੀ ਗੱਡੀ ਚੱਲਦੀ ਰੱਖਣ ਵਾਸਤੇ ਉੱਥੇ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਇਆ, ਬਸ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਇਆ, ਉੱਥੇ ਪੈਸੇ ਦਾ ਆਦਾਨ ਪ੍ਰਦਾਨ ਨਹੀਂ ਜ਼ਿਆਦਾ ਹੋਇਆ, ਬਹੁਤ ਥੋੜ੍ਹਾ ਹੋਇਆ। ਇਹ ਨਹੀਂ ਨਿੱਲ ਨਹੀਂ ਅਸੀਂ ਕਰਦੇ ਵੀ ਹੋਇਆ ਹੀ ਨਹੀਂ, ਜਿਹੜਾ ਹੋਇਆ ਬਹੁਤ ਘੱਟ ਹੋਇਆ, ਓਨਾ ਨਹੀਂ ਹੋਇਆ ਜਿੰਨਾ ਉੱਥੇ ਹੋ ਜਾਣਾ ਚਾਹੀਦਾ ਸੀ ਉਹਨਾਂ ਦੇ ਤਰੀਕੇ ਨਾਲ। ਸੋ ਇਹ ਸਨ ਸਰਦਾਰ ਜੈ ਸਿੰਘ, ਜਿਨ੍ਹਾਂ ਨੇ ਸਿਵਲ ਨਾਫਰਮਾਨੀ ਇੱਕ ਜਿਹੜੀ ਲਹਿਰ ਚੱਲੀ ਸੀ ਉਸ ਦੀ ਉਦਾਹਰਨ ਦਿੱਤੀ। ਇਹਨਾਂ ਨੇ ਇਹ ਵੀ ਇਹਨਾਂ ਦੇ ਸ਼ਬਦ ਨੇ ਕਿ ਇਹਨਾਂ ਨੇ ਬੇਸ਼ੱਕ ਬਹੁਤਾ ਮਹਾਤਮਾ ਗਾਂਧੀ ਨੂੰ ਨਹੀਂ ਪੜ੍ਹਿਆ, ਪਰ ਉਹਨਾਂ ਦੀ ਜਿਹੜੀ ਇੱਕ ਇਹ ਵਿਚਾਰ ਸੀ, ਇੱਕ ਤਰੀਕਾ ਸੀ, ਇਹਨਾਂ ਨੂੰ ਉਹ ਜਿਹੜਾ ਸੰਘਰਸ਼ ਦਾ ਢੰਗ ਜਿਹੜਾ ਹੈ ਉਹ ਵਧੀਆ ਲੱਗਾ, ਜਿਹਦੇ ਨਾਲ ਜਨਤਾ ਜਿਹੜੀ ਹੈ ਉਹ ਸਰਕਾਰ ਦੇ ਜਾਂ ਕਿਸੇ ਹੋਰ ਦੇ ਸਹਾਰੇ 'ਤੇ ਚੱਲਣ ਦੀ ਬਜਾਏ ਆਪਣੇ ਆਪਸ ਦੇ ਵਿੱਚ ਮਿਲਵਰਤਨ ਇੱਕ ਕਰਕੇ ਅਤੇ ਆਪਣਾ ਜਿਹੜਾ ਆਜ਼ਾਦੀ ਦਾ ਜਿਹੜਾ ਬਿਗਲ ਸੀ ਉਸ ਨੂੰ ਵਜਾਇਆ ਵੀ, ਅਤੇ ਬਕਾਇਦਾ ਉਹ ਟਾਰਗੇਟ ਜਿਹੜਾ ਉਹ ਨਿਸ਼ਾਨਾ ਸੀ ਉਸ ਨੂੰ ਹਾਸਲ ਵੀ ਕੀਤਾ ਸੀ। ਅਤੇ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਮੁਹਿੰਮਾਂ ਚੱਲਦੀਆਂ ਨੇ, ਲੋਕ ਪਰੇਸ਼ਾਨ ਨੇ, ਸਰਕਾਰੀ ਕਹਿੰਦੇ ਨੇ ਸਾਡੇ ਸਿਸਟਮ ਹੀ ਵਿਗੜ ਗਿਆ, ਤਾਂ ਕਿਤੇ ਨਾ ਕਿਤੇ ਲੋਕ ਜਾਂ ਅਸੀਂ ਖੁਦ ਜ਼ਿੰਮੇਵਾਰ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।